श्री अकाल स्काई न्यूज़ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਪ੍ਰਕਾਸ਼ ਫੁਲਾਰਾ। ਅੱਜ ਸਿੱਧਾ ਗਰਾਊਂਡ ਰਿਪੋਰਟ ਧਰਤੀ ਦੇ ਸੋਨੇ ਤੋਂ। ਧਰਤੀ ਦਾ ਸੋਨਾ ਮਤਲਬ ਕਣਕ। ਕਣਕ ਦੀ ਅੱਜ ਅਸੀਂ ਤੁਹਾਨੂੰ ਗਰਾਊਂਡ ਰਿਪੋਰਟ ਵਿਖਾਵਾਂਗੇ ਕਿਉਂਕਿ ਇਸ ਵੇਲੇ ਜਿਹੜਾ ਸੀਜ਼ਨ ਹੈ ਉਹ ਕਣਕ ਦੀ ਵਾਢੀ ਦਾ ਹੈ। 10 ਤਰੀਕ ਤੋਂ ਪੰਜਾਬ ਦੀ ਮੰਡੀਆਂ ਦੇ ਵਿੱਚ ਕਣਕ ਦੀ ਖਰੀਦ ਵੀ ਸ਼ੁਰੂ ਹੋ ਜਾਵੇਗੀ। ਲੇਕਿਨ तमाम चीज़ों के विचकार एक सवाल एक चीज़ है जिहड़ी पंजाब की जनता वेखना चाहती है कि आखिर कणक की वाढी किवें हुंदी है। अज स्काई न्यूज़ पंजाब ग्राउंड ते उतरिया है ते तुहानूं विखावेगा कणक की वाढी तो लैके मंडी तक जाण तक के सारे पड़ावों तो तुहानूं जाणू करावांगे किवें कणक की वाढी हुंदी है। उस तो बाद अगला पड़ाव की हुंदा है, किवें कणक के दाणे नूं कढिया जांदा है ते फिर वो मंडी दे विच पहुंचदा है जिथे जाके कणक की खरीद हुंदी है। तो शुरुआत करते हैं सब तो पहला कणक के खेत दे विचों जिथे वाढी होवेगी। लेकिन वाढी तो पहला एक तस्वीर तुहानूं दिखावांगे कि किवें किसान दातियां नूं अपनी तेज कर रहे ने, उन्हां नूं धार दे रहे ने ताकि कणक की वाढी हो सके। आओ चलिए मेरे नाल ते करते हैं शुरुआत कणक की वाढी। वाढी किवें हुंदी है तुहानूं ओ दिखाण जा रहे हैं। लेकिन मेरे पीछे तुसीं वेख रहे होवोगे सब तो पहला पड़ा है कणक की वाढी शुरू करन तो पहला जदों किसान अपने खेत दे विच पहुंचदा है ते कणक की वाढी नूं शुरू करन तो पहला जिहड़े वाढी वाले हथियार हुंदे ने जिवें दाती उस नूं तिखा किया जा रहा है। इस वेले ਜਿਹੜੀਆਂ ਤਸਵੀਰਾਂ ਤੁਹਾਨੂੰ ਮੈਂ ਵਿਖਾ ਰਿਹਾ ਹੈ ਸਭ ਤੋਂ ਪਹਿਲਾ ਪੜਾ ਹੈ ਕਿ ਕਿਵੇਂ ਮੇਰੇ ਨਾਲ ਕਿਸਾਨ ਨੇ ਜਦੋਂ ਖੇਤ ਦੇ ਵਿੱਚ ਵਾਢੀ ਕਰਨ ਜਾਣਗੇ ਤਾਂ ਉਸ ਤੋਂ ਪਹਿਲਾਂ ਇਹ ਆਪਣੀ ਦਾਤੀ ਨੂੰ ਧਾਰ ਦੇ ਰਹੇ ਨੇ। ਗੱਲਬਾਤ ਕਰਦੇ ਆ ਇਹਨਾਂ ਦੇ ਨਾਲ। ਤੁਸੀਂ ਕਣਕ ਦੀ ਵਾਢੀ ਕਰੋਗੇ ਉਸ ਤੋਂ ਪਹਿਲਾਂ ਧਾਰ ਦੇ ਰਹੇ ਹੋ, ਕਿੰਨੀ ਜ਼ਰੂਰਤ ਹੁੰਦੀ ਹੈ, ਕਿਵੇਂ ਤੁਹਾਨੂੰ ਪਤਾ ਲੱਗਦਾ ਕਿ ਹੁਣ ਇਹ ਦਾਤੀ ਤਿਆਰ ਹੋ ਚੁੱਕੀ ਹੈ ਕਣਕ ਦੀ ਵਾਢੀ ਵਾਸਤੇ? ਇਹ ਮਾਰਾ ਦੇਖਣੀ ਪੈਂਦੀ ਹੱਥ ਲਾ ਕੇ ਵੀ ਹੁਣ ਤਿਆਰ ਹੋ ਗਈ ਤਾਂ ਹੁਣ ਚਲੀਏ ਵਾਢੀ ਕਰੀਏ। ਕਿਵੇਂ ਪਤਾ ਲੱਗਦਾ ਕਿ ਨਹੀਂ ਇਹ ਤਾਰ ਪੂਰੀ ਹੋ ਗਈ ਹੈ? ਕਿਉਂਕਿ ਆਮ ਦਾਤੀ ਦੇ ਨਾਲ ਤੇ ਇਹਦੇ ਵਿੱਚੋਂ ਕਿੰਨਾ ਕੁ ਫਰਕ ਹੁੰਦਾ ਹੈ? ਇਹ ਫਰਕ ਬਹੁਤ ਹੁੰਦਾ ਜੀ, ਕਿਉਂ ਇਹ ਹੱਥ ਲਾ ਕੇ ਦੇਖਣੀ ਪੈਂਦੀ ਹੈ ਵੀ ਸਮਝ ਲਓ ਤਿਆਰ ਹੋ ਗਈ ਤਾਂ ਫਿਰ ਵਾਢੀ ਸ਼ੁਰੂ ਹੈ। ਜਿਵੇਂ ਤੁਸੀਂ ਹੱਥ ਲਾ ਕੇ ਆ ਵੇਖਦੇ ਹੋ ਤੇ ਹੱਥ ਕੱਟਣ ਦਾ ਡਰ ਨਹੀਂ ਰਹਿੰਦਾ? ਨਹੀਂ ਜੀ, ਜ਼ਿਮੀਂਦਾਰ ਦਾ ਨਹੀਂ ਰਹਿੰਦਾ ਤੁਹਾਨੂੰ ਕਿਉਂਕਿ ਲਗਾਤਾਰ ਆਦਤ ਪਈ ਹੋਈ ਹੈ। ਹਾਂ, ਕਿ 24 ਘੰਟੇ ਕੰਮ ਕਰਨਾ ਹੀ ਆ ਤਾਂ ਸਾਨੂੰ ਕੋਈ ਡਰ ਨਹੀਂ ਹੈ। ਲੇਕਿਨ ਅੱਜ ਕੱਲ੍ਹ ਇੱਕ ਆਧੁਨਿਕ ਯੁੱਗ ਹੈ, ਇਸ ਯੁੱਗ ਦੇ ਵਿੱਚ ਦੇਖਦੇ ਹਾਂ ਕਿ ਕੰਬਾਈਨਾਂ ਦੇ ਨਾਲ ਜਿਹੜੀ ਹੈਗੀ ਹੈ ਉਹ ਕਣਕ ਦੀ ਵਾਢੀ ਹੁੰਦੀ ਹੈ। ਲੇਕਿਨ ਆ ਜਿਹੜੀ ਤਸਵੀਰ ਹੁਣ ਅਸੀਂ ਜਿਹੜੀ ਦਿਖਾਵਾਂਗੇ ਆਪਣੇ ਚੈਨਲ ਦੇ ਜ਼ਰੀਏ ਪੰਜਾਬ ਦੀ ਜਨਤਾ ਨੂੰ ਤਾਂ ਉਹ ਵੀ ਵੇਖਣਗੇ ਕਿ ਨਹੀਂ ਹਾਲੇ ਵੀ ਜਿਹੜਾ ਪੰਜਾਬ 'ਚ ਪਹਿਲਾ ਸਮੇਂ ਦੇ ਵਿੱਚ ਦਾਤੀ ਨਾਲ ਕਰਦੇ ਸੀ ਉਹ ਹੁਣ ਵੀ ਕਰ ਰਹੇ ਨੇ। ਮਤਲਬ ਦਾਤੀ ਨਾਲ ਕਰਨ ਦਾ ਫਾਇਦਾ ਕੀ ਹੁੰਦਾ ਹੈ ਤੇ ਕੰਬਾਈਨ ਦੇ ਨਾਲ ਕਰਨ ਦਾ ਕੀ ਫਾਇਦਾ ਹੁੰਦਾ? ਕਰਪੈਨ ਦੇ ਨਾਲ ਤੂੜੀ ਨਹੀਂ ਆਉਂਦੀ ਹੱਥ, ਤਾਂ ਇਹਦੇ ਨਾਲ ਤੂੜੀ ਹੱਥ ਆਉਂਦੀ ਹੈ, ਦਾਣਾ ਦਾਣਾ ਸਾਫ ਆਉਂਦਾ ਹੈ। ਕਪੈਨ ਅੱਧੇ ਦਾਣੇ ਥੱਲੇ ਅੱਧੇ ਆ। ਇਹਨੇ ਮੇਰੇ ਨਾਲ ਕਿਸਾਨ ਜਿਨ੍ਹਾਂ ਨੇ ਦੱਸਿਆ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਵਾਢੀ ਦੇ ਵਾਸਤੇ ਇਹਨਾਂ ਦੇ ਹਥਿਆਰ ਤਿਆਰ ਹੋ ਚੁੱਕੇ ਨੇ। ਇਹ ਜਿਹੜੀ ਤੁਹਾਡੀ ਦਾਤੀ ਹੈ ਪੂਰੀ ਤਿਆਰ ਹੋ ਚੁੱਕੀ ਹੈ ਹੁਣ ਵਾਢੀ ਦੇ ਵਾਸਤੇ? ਤਿਆਰ ਪੂਰੀ ਤਿਆਰ ਹੈ ਜੀ। ਚਲੋ ਆਓ ਫਿਰ ਚੱਲੀਏ ਆਪਾਂ ਵਾਢੀ ਵਾਸਤੇ ਖੇਤਾਂ ਦੇ ਵਿੱਚ ਕਿਸਾਨਾਂ ਦੇ ਨਾਲ ਅਸੀਂ ਚੱਲ ਰਹੇ ਹਾਂ ਕਿ ਚਲੀਏ ਕਿਸਾਨਾਂ ਦੇ ਨਾਲ ਕਿ ਆਖਰ ਇਹਨਾਂ ਦੇ ਹਥਿਆਰ ਤੇਜ਼ ਹੋ ਚੁੱਕੇ ਨੇ ਤੇ ਹੁਣ ਇਹਨਾਂ ਦੇ ਨਾਲ ਆਪਾਂ ਚੱਲਦੇ ਹਾਂ ਸਿੱਧਾ ਵਾਢੀ ਕਰਨ ਦੇ ਵਾਸਤੇ। ਤੁਹਾਨੂੰ ਦਿਖਾਵਾਂਗੇ ਹੁਣ ਅਗਲਾ ਪੜਾ ਕਿ ਇਸ ਖੇਤ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੁਣ ਕਿਸਾਨ ਜਿਹੜੇ ਨੇ ਉਹ ਵਾਢੀ ਕਰਨਗੇ ਤੇ ਅਸੀਂ ਪਹੁੰਚ ਚੁੱਕੇ ਹਾਂ ਸਿੱਧਾ ਖੇਤ ਦੇ ਵਿਚਕਾਰ। ਵੇਖ ਰਹੇ ਹੋਵੋਗੇ ਕਿ ਕਿਸ ਤਰੀਕੇ ਦੇ ਨਾਲ ਕਣਕ ਦੀ ਵਾਢੀ ਹੋ ਚੁੱਕੀ ਹੈ। ਆ ਬਿਲਕੁਲ ਇੱਕ ਸਾਫ਼ ਤਰੀਕੇ ਦੇ ਨਾਲ ਕਣਕ ਜਿਹੜੀ ਹੈਗੀ ਹੈ ਜੋ ਕਿਸਾਨ ਦੱਸ ਰਹੇ ਸੀਗੇ ਕਿ ਬਿਲਕੁਲ ਸਾਫ਼ ਤਰੀਕੇ ਦੇ ਨਾਲ ਹੱਥ ਦੇ ਨਾਲ ਵਾਢੀ ਹੁੰਦੀ ਹੈ, ਕੰਬਾਈਨ ਦੇ ਨਾਲ ਉਸ ਤਰੀਕੇ ਦੇ ਨਾਲ ਨਹੀਂ ਹੋ ਪਾਉਂਦੀ। ਮੇਰੇ ਨਾਲ ਮੈਂ ਖੇਤ ਦੇ ਵਿੱਚ ਜਾ ਰਿਹਾ ਪਰ ਬੜਾ ਧਿਆਨ ਨਾਲ ਜਾਣਾ ਪੈਣਾ ਕਿ ਕਿੱਥੇ ਕਣਕ ਪੈਰਾਂ ਦੇ ਵਿੱਚ ਦਬ ਨਾ ਜਾਵੇ। ਲੇਕਿਨ ਜਿਸ ਤਰੀਕੇ ਨਾਲ ਵੇਖਾਂਗੇ ਕਿ ਆਹ ਦੇਖੋ ਵਾਢੀ ਜਿਹੜੀ ਹੈਗੀ ਹੈ ਬਹੁਤ ਹੀ ਸਾਫ਼ ਤਰੀਕੇ ਦੇ ਨਾਲ ਹੋਈ ਪਈ ਹੈ। ਇੱਕ ਇੱਕ ਜਿਹੜਾ ਦਾਣਾ ਹੈ ਉਹ ਵੀ ਹੱਥ ਦੇ ਵਿੱਚ ਹੈਗਾ ਤਾਂ ਕਿ ਤੂੜੀ ਦਾ ਵੀ ਕਿਸੇ ਤਰੀਕੇ ਦੇ ਨਾਲ ਕੋਈ ਨੁਕਸਾਨ ਨਾ ਹੋਵੇ। ਬਿਲਕੁਲ ਥੱਲੋਂ ਦੀ ਜਿਹੜੀ ਹੈਗੀ ਹੈ ਵਾਢੀ ਜਿਹੜੀ ਹੁੰਦੀ ਹੈ ਦਾਤੀ ਦੇ ਨਾਲ ਯਾਨੀ ਕਿ ਹੱਥ ਦੇ ਨਾਲ ਕੱਟੀ ਜਾਂਦੀ ਹੈ। ਲੇਕਿਨ ਤਸਵੀਰਾਂ ਵਿਖਾਉਂਦੇ ਹਾਂ ਕਿਸ ਤਰੀਕੇ ਦੇ ਨਾਲ ਪੂਰੇ ਖੇਤ ਦੇ ਵਿੱਚ ਵਾਢੀ ਚੱਲ ਰਹੀ ਹੈ। ਮਹਿਲਾ ਕਿਸਾਨ ਵੀ ਨੇ ਤੇ ਨਾਲ पुरुष किसान भी ने, नौजवान किसान भी ने ਜਿਹੜੇ ਇਹ ਵਾਢੀ ਕਰ ਰਹੇ ਨੇ। ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਰ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਜਿਹੜੀ ਇਹ ਹੈਗੀ ਹੈ ਵਾਢੀ ਪੂਰੀ ਚੱਲ ਰਹੀ ਹੈ।
ਲੇਕਿਨ ਇਸ ਪੂਰੇ ਖੇਤ ਦੇ ਵਿੱਚ ਤੁਸੀਂ ਵੇਖੋਗੇ ਕਿ ਸਵੇਰ ਦਾ ਲੱਗੇ ਹੋਏ ਨੇ ਕਿਸਾਨ ਤੇ ਇਹ ਵਾਢੀ ਕਰ ਰਹੇ ਨੇ। ਤੁਸੀਂ ਸਵੇਰ ਦਾ ਲੱਗੇ ਹੋ, ਵਾਢੀ ਕਰ ਰਹੇ ਹੋ। ਸਵੇਰੇ ਕਿੰਨੇ ਵਜੇ ਤੁਸੀਂ ਸ਼ੁਰੂ ਕਰ ਲੈਂਦੇ ਹੋ ਵਾਢੀ? 8 ਵਜੇ। ਹਾਂਜੀ। ਤੇ 8 ਵਜੇ ਤੁਸੀਂ ਸਭ ਤੋਂ ਪਹਿਲਾਂ ਖੇਤ ਦੇ ਵਿੱਚ ਆਉਂਦੇ ਹੋ ਤੇ ਵਾਢੀ ਸ਼ੁਰੂ ਕਰਦੇ ਹੋ। ਇਸ ਤੋਂ ਬਾਅਦ ਦੁਪਹਿਰ ਦਾ ਖਾਣਾ ਵਗੈਰਾ ਕਦੋਂ ਖਾਂਦੇ ਹੋ? ਕੀ 1 ਵਜੇ। 1 ਵਜੇ ਦੁਪਹਿਰ ਦਾ। ਹਾਂਜੀ 1 ਵਜੇ। ਤੇ ਜਦੋਂ ਤੁਸੀਂ ਵਾਢੀ ਪੂਰੀ ਕਰਦੇ ਹੋ ਤਾਂ ਇਸ ਤੋਂ ਬਾਅਦ ਅਗਲਾ ਪੜਾ ਕੀ ਹੁੰਦਾ ਹੈ ਭਾਜੀ? ਮਤਲਬ ਤੁਸੀਂ ਹੁਣ ਵਾਢੀ ਕਰਤੀ, ਇਸ ਤੋਂ ਬਾਅਦ ਇਸ ਕਣਕ ਨੂੰ ਕਿਵੇਂ ਲੈ ਕੇ ਜਾਓਗੇ? ਭਰੀ ਬੰਨਣੀ, ਭਰੀਆਂ ਬੰਨ ਕੇ ਫਿਰ ਹੜੰਬਾ ਲਿਆਣਾ, ਫਿਰ ਕੜਾਈ ਗਹਾਈ ਕਰ ਦੇਣੀ, ਗਹਾਈ ਕਰਕੇ ਘਰ ਦਾਣੇ ਲੈ ਜਾਣੇ ਜੀ, ਤੂੜੀ ਕੁੱਪ ਚ ਪਾ ਲੈਣੀ। ਠੀਕ ਹੈ ਜੀ। ਜ਼ਿਮੀਂਦਾਰ ਦਾ ਇਹ ਕੰਮ ਹੈ। ਜਿਹੜੇ ਜ਼ਿਮੀਂਦਾਰ ਦਾ ਕੰਮ ਹੈ, ਮਸ਼ੀਨਾਂ ਦਾ ਕੰਮ ਇੱਥੇ ਤਾਂ ਨਹੀਂ, ਛੋਟੇ ਜ਼ਿਮੀਂਦਾਰ ਹੈ। ਠੀਕ ਹੈ ਜੀ। ਜਿਹੜਾ ਕੰਪੈਨ ਦਾ ਕੰਮ ਹੈ, ਬੜੇ ਜ਼ਿਮੀਂਦਾਰ 100-100 ਕਿੱਲੇ ਦਾ, 20-20 ਕਿੱਲੇ ਵਾਲੇ ਦਾ, ਉਹ ਕੰਪੈਨ ਨਾਲ ਕਰਦੇ। ਠੀਕ ਹੈ ਜੀ। ਜਿਹੜਾ 2-4 ਕਿੱਲੇ ਵਾਲਾ ਜ਼ਿਮੀਂਦਾਰ ਛੋਟਾ ਜੀ। ਠੀਕ ਹੈ ਜੀ। ਇਹਨਾਂ ਨੂੰ ਮਜ਼ਦੂਰੇ ਕਰਦੇ। ਮਜ਼ਦੂਰ ਦਾ ਕੰਮ ਨਹੀਂ ਰਿਹਾ। ਫਿਰ ਜੇ ਮਸ਼ੀਨ ਦਾ ਕੰਮ ਹੋ ਗਿਆ, ਮਜ਼ਦੂਰ ਭੁੱਖਾ ਮਰੇਗਾ ਜੀ। ਠੀਕ ਹੈ ਨਾ ਜੀ। ਇਹ ਮਜ਼ਦੂਰ ਦਾ ਕੰਮ ਹੈ ਜੀ, ਹੱਥੀਂ ਵਢਾਈ ਕਰਨੇ ਦਾ, ਡਾਟੀ ਨਾਲ। ਇਹ ਜਿਹੜਾ ਮਜ਼ਦੂਰ ਆ ਆਪਣੀ ਕਿਰਤ ਕਰਦਾ, ਕਿਰਤ ਦੇ ਨਾਲ ਆਪਣਾ ਭੋਜਨ ਤਿਆਰ ਛਕਦਾ। ਜਿਸ ਤਰੀਕੇ ਨਾਲ ਤੁਸੀਂ ਇਸ ਵੇਲੇ ਵਾਢੀ ਕਰ ਰਹੇ ਹੋ ਤਾਂ ਮਤਲਬ ਇਹ ਤਸਵੀਰ ਜਿਹੜੀ ਹੈ ਬੜੀ ਵਧੀਆ ਹੀ ਦੇਖਣ ਨੂੰ ਮਿਲ ਰਹੀ ਹੈ। ਲੇਕਿਨ ਇਹ ਹੈ ਕਿ ਜਿਹੜੇ ਇਹ ਹੱਥ ਨਾਲ ਤੁਸੀਂ ਕਰ ਰਹੇ ਹੋ, ਇਹਦੇ ਵਿੱਚ ਇਹ ਵੀ ਬੜਾ ਧਿਆਨ ਰੱਖਣਾ ਪੈਂਦਾ ਹੋਣਾ ਕਿ ਕਿੱਥੇ ਹੱਥ ਨੂੰ ਵੀ ਇਹ ਦਾਤੀ ਨਾ ਲੱਗ ਜਾਏ, ਕਿਉਂਕਿ ਬਹੁਤ ਤਿੱਖੀ ਹੈ। ਕਿ ਜਿਹੜਾ ਇੱਕ ਆਮ ਬੰਦਾ ਹੈਗਾ ਕਿ ਉਹ ਇਸ ਤਰੀਕੇ ਨਾਲ ਕਰ ਸਕਦਾ, ਇਹਨੂੰ ਬੜਾ ਸੌਖਾ ਉਹਦੇ ਵਾਸਤੇ ਕਰਨਾ? ਹਾਂਜੀ। ਜਿਹੜੇ ਆਮ ਬੰਦਾ, ਅਸੀਂ ਜਦੋਂ ਮਜ਼ਦੂਰੀ ਕਰਦਾ, ਆਮ ਬੰਦਾ ਜਿਹੜਾ ਕੰਮ ਕਰਦਾ ਉਹੀ ਕਰ ਸਕਦਾ। ਜਿਹੜਾ ਆਮ ਅਣਜਾਣ ਬੰਦਾ ਉਹ ਹੱਥ ਵੀ ਵਢਾ ਸਕਦਾ। ਠੀਕ ਹੈ ਜੀ। ਉਹਦਾ ਇਹ ਫਰਕ ਹੁੰਦਾ ਜੀ। ਜਿਹੜਾ ਰੋਜ਼ ਦੇ ਕਰਨੇ ਵਾਲਾ ਉਹਨੂੰ ਪਤਾ ਹੁੰਦਾ ਡਾਟੀ ਨੇ ਕਿੱਦਾਂ ਚੱਲਣਾ, ਕਿੱਦਾਂ ਮੈਂ ਬਚਾਅ ਕਰਨਾ, ਹੱਥ ਕਿੱਦਾਂ ਬਚਾਉਣਾ, ਕਿੱਦਾਂ ਮੈਂ ਆਪਣਾ ਸਰਵ ਕਰਨਾ। ਠੀਕ ਹੈ ਜੀ। ਜਿਹੜਾ ਆਮ ਬੰਦਾ, ਜਿਹੜਾ ਹੁਣ ਜੀ ਕਦੇ ਕੀਤਾ ਨਹੀਂ, ਜਿਹਨੇ ਪਹਿਲੀ ਵਾਰੀ ਕਰਨਾ, ਉਹ ਹੱਥ ਦਾ ਉਹਦਾ ਖਤਰਾ ਹੈ, ਉਹ ਕਦੇ ਵੀ ਹੱਥ ਆਪਣਾ ਵਢਾ ਸਕਦਾ। ਸਾਡੇ ਨਾਲ ਹੋਰ ਵੀ ਕਿਸਾਨ ਨੇ ਕਿ ਕਿਸ ਤਰੀਕੇ ਦੇ ਨਾਲ, ਦੇਖੋ ਤੁਹਾਨੂੰ ਤਸਵੀਰਾਂ ਸਾਫ਼ ਤੌਰ ਤੇ ਵਿਖਾ ਰਹੇ ਹਾਂ ਕਿ ਵਾਢੀ ਜਿਹੜੀ ਹੈਗੀ ਹੈ ਉਹ ਚੱਲ ਰਹੀ ਹੈ ਤੇ ਖੇਤ ਖਾਲੀ ਹੋਣ ਲੱਗੇ ਨੇ। ਕਣਕ ਨੂੰ ਉਪਕਾਰ ਫਿਲਮ ਦੇ ਵਿੱਚ ਇਸ ਕਣਕ ਨੂੰ, ਇਸ ਜਿਹੜੀ ਕਣਕ ਜਦੋਂ ਪੱਕ ਜਾਂਦੀ ਹੈ, ਇਸ ਕਣਕ ਦੀ ਗੱਲ ਹੋਈ ਹੈ ਤੇ ਕਿਹਾ ਗਿਆ ਇਹਨੂੰ ਮੇਰੇ ਦੇਸ਼ ਦੀ ਧਰਤੀ ਸੋਨਾ ਉਗਲੇ ਹੀਰੇ ਮੋਤੀ, ਯਾਨੀ ਕਿ ਕਣਕ ਨੂੰ ਧਰਤੀ ਦਾ ਸੋਨਾ ਕਿਹਾ ਗਿਆ ਹੈ। ਵਾਕਈ ਇਹ ਸੋਨਾ ਹੈ, ਕਿਉਂਕਿ ਇਹ ਉਹ ਅੰਨ ਹੈ ਜਿਸ ਦੇ ਨਾਲ ਸਾਡਾ ਢਿੱਡ ਭਰਦਾ ਹੈ। ਕਿਸਾਨ ਜਿਹੜਾ ਹੈਗਾ ਪੂਰੇ ਦੇਸ਼ ਦਾ ਢਿੱਡ ਭਰਦਾ ਹੈ। ਮੇਰੇ ਨਾਲ ਹੋਰ ਵੀ ਕਿਸਾਨ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਿਰ ਕਿਸ ਤਰੀਕੇ ਦੇ ਨਾਲ ਉਹ ਵਾਢੀ ਕਰ ਰਹੇ ਨੇ। ਤੁਹਾਨੂੰ ਕਿੰਨਾ ਕੁ ਸਮਾਂ ਲੱਗ ਜਾਂਦਾ ਜੀ ਇੱਕ ਖੇਤ ਦੀ ਵਾਢੀ ਕਰਨ ਤੇ? ਸਾਰੀ ਦਿਨ ਲੱਗ ਜਾਂਦਾ ਸਾਨੂੰ ਖੇਤ ਤੇ ਵਾਢੀ ਕਰਨੇ ਤੇ ਵੀ। ਜਿੱਦਾਂ ਹੁਣ 4-5 ਕਨੈਲਾਂ ਹੋਵੇ, 3-4 ਜਣਿਆਂ ਦੀ ਸਾਡਾ ਪੂਰਾ ਦਿਹਾੜੀ ਲੱਗ ਜਾਂਦੀ। 4 ਕਨਾਲ ਦੀ ਜਿਹੜੀ ਖੇਤ ਨੇ ਉਸ ਨੂੰ ਵਾਢੀ ਕਰਨ ਤੇ ਇੱਕ ਦਿਨ ਪੂਰਾ ਲੱਗ ਜਾਂਦਾ? ਹਾਂਜੀ ਪੂਰਾ ਲੱਗ ਜਾਂਦਾ। 5 ਜਣੇ, ਜਿੱਦਾਂ 5 ਜਣੇ ਹੋਣ ਤਾਂ ਵੱਢ ਕੇ ਬੰਨ ਦਿੰਦੇ ਅਸੀਂ। ਹਾਂਜੀ। ਅੱਛਾ। ਭਰੀਆਂ ਬੰਨਣੀਆਂ ਤਾਂ ਕਿਤੇ ਫਿਰ ਕਢਾਣੇ ਵੀ ਪੈਂਦੀਆਂ ਕਈ ਵੇਲੇ, ਤਾਂ ਫਿਰ ਹੁੰਦੇ ਵੇਲੇ। ਜਿਵੇਂ ਤੁਸੀਂ ਆ ਹੁਣ ਵੱਢਤੀ ਹੈ ਕਣਕ, ਇਸ ਤੋਂ ਬਾਅਦ ਇਹਨੂੰ ਤੁਸੀਂ ਲੈ ਕੇ ਜਾਓਗੇ ਭੰਨੀਆਂ ਬੰਨ ਕੇ, ਤੇ ਉਸ ਤੋਂ ਬਾਅਦ ਇਹਦਾ ਦਾਣਾ ਕਦੋਂ ਕੱਟੋਗੇ? ਅੱਜ ਹੀ ਸ਼ਾਮ ਨੂੰ ਕੱਢ ਦੋਗੇ ਜਾਂ ਕੱਲ ਪਰਸੋਂ, ਜਾਂ ਕੁਝ ਦਿਨ ਇਹਨੂੰ ਧੁੱਪੇ ਹੋ ਰੱਖੋ? ਸਿੱਲੀ ਹੈ, ਸਿੱਲ ਗਈ ਦੇ ਵਿੱਚ ਹਜਾਂ ਇਹਨੂੰ 2 ਧੁੱਪਾਂ ਲਵਾਉਣੀਆਂ ਅਸੀਂ। ਪਹਿਲਾਂ 2 ਧੁੱਪਾਂ ਲਵਾ ਕੇ ਫਿਰ ਤਾਂ ਭਰੀਆਂ ਬੰਨਣੀਆਂ ਅਸੀਂ, ਫਿਰ ਇੱਥੇ ਹੜੰਬਾ ਲਿਆਣਾ, ਫਿਰ ਕਢਾ ਕੇ ਤਾਂ ਦਾਣੇ ਅਸੀਂ ਘਰਾਂ ਨੂੰ ਲੈਣੇ। ਹਾਂਜੀ। ਤੂੜੀ ਅਸੀਂ ਜੇ ਮੱਝਾਂ ਰੱਖੀਆਂ ਹੋਵੇ ਤਾਂ ਘਰਾਂ ਨੂੰ ਲੈ ਜਾਣੀ, ਨਹੀਂ ਇੱਥੇ ਖੇਤ 'ਚ ਵੇਚ ਦੇਣੀ ਅਸੀਂ। ਹਾਂਜੀ। ਹੋਰ ਲੈ ਜਾਂਦੇ, ਜਿੱਦਾਂ ਵੇਚ ਦੇਣੀ ਆ, ਸਾਨੂੰ ਨਹੀਂ ਜ਼ਰੂਰਤ ਅਸੀਂ ਵੇਚ ਦੇਣੀ। ਹਾਂਜੀ। ਜਿਹੜੀ ਤੁਸੀਂ ਕਣਕ ਕੱਟ ਰਹੇ ਹੋ, ਇਹ ਕਿਵੇਂ ਪਤਾ ਲੱਗਦਾ ਕਿ ਇਹਦਾ ਜਿਹੜਾ ਦਾਣਾ ਇਹ ਜਿਹੜਾ ਹੈਗਾ ਨਮੀ ਵਾਲਾ ਹੈਗਾ? ਹਲੇ ਕੱਚਾ ਵੀ ਜਿੱਦਾਂ ਨਹੀਂ, ਅੱਧਾ ਦੇਖ ਲੈਣਾ ਅਸੀਂ ਭੋਰ ਕੇ ਵਢਾਈ ਤੇ ਪਹਿਲਾਂ, ਇਹਦਾ ਦੇਖਣਾ ਅਸੀਂ ਦਾਣਾ ਵੀ ਦਾਣਾ ਸਾਡਾ ਹੋ ਗਿਆ ਵਾ, ਅਸੀਂ ਤਾਂ ਵਾਢੀ ਤੇ ਲੱਗਦੇ ਵੀ ਸਾਡਾ ਦਾਣਾ ਐਨ ਸਾਫ ਸੁਥਰਾ ਹੈ। ਆ ਦੇਖੋ ਜਿਸ ਤਰੀਕੇ ਦੇ ਨਾਲ ਤੁਹਾਨੂੰ ਦਿਖਾ ਰਹੇ ਹੈ ਕਿ ਕਣਕ ਇਹਨਾਂ ਨੇ ਥੋੜੀ ਜਿਹੀ ਦਿਖਾਈ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਇਹ ਪਛਾਣ ਦੱਸੀ ਹੈ ਕਿ ਆ ਜਿਹੜੀ ਕਣਕ ਹੈਗੀ ਹੈ ਇਹ ਅਸੀਂ ਚਬਾ ਇੱਕ ਮੂੰਹ 'ਚ ਪਾ ਕੇ ਦੇਖ ਲੈਣਾ, ਚਬਾ ਕੇ ਵੀ ਸਾਡਾ ਹਾਂਜੀ ਵੀ ਦਾਣਾ ਪੱਕ ਗਿਆ, ਫਿਰ ਅਸੀਂ ਵਢਾਈ ਕਰ ਲੈਣੀ। ਤੇ ਆ ਥੋੜਾ ਟੇਸਟ ਕਰਕੇ ਦੇਖੋ ਕਿ ਆ ਪੱਕੇ ਗਏ? ਹਾਂਜੀ। ਇੱਦਾਂ ਚੈੱਕ ਕਰਕੇ ਦੇਖਣਾ ਅਸੀਂ ਵੀ ਸਾਡੀ ਵਾਢੀ ਆ ਗਈ ਵੀ, ਫਿਰ ਅਸੀਂ ਵਾਢੀ ਤੇ ਲੱਗਣਾ। ਹਾਂਜੀ। ਚੈੱਕ ਕਰਕੇ ਲੱਗਣਾ ਇੱਦਾਂ। ਹਾਂਜੀ। ਤੇ ਇਹਨਾਂ ਨੇ ਦੱਸਿਆ ਕਿ ਆਖਿਰ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਕਣਕ ਦੀ ਵਾਢੀ ਹੈ ਹੋ ਰਹੀ ਹੈ। ਲੇਕਿਨ ਮੈਂ ਵੀ ਇੱਕ ਕੋਸ਼ਿਸ਼ ਕਰਨਾ ਚਾਹੁੰਦਾ ਕਿ ਮੈਂ ਵੀ ਕਰਕੇ ਦੇਖਾਂ ਕਿ ਕਿਸ ਤਰੀਕੇ ਦੇ ਨਾਲ ਕਿ ਮੈਂ ਕਰ ਸਕਦਾ। ਮੈਨੂੰ ਮਾੜਾ ਤੁਸੀਂ ਵੀ ਦਿਖਾਓਗੇ ਕਿ ਮੈਂ ਇਹਨੂੰ ਕੱਟ ਸਕਦਾ? ਮੈਨੂੰ ਤਰੀਕਾ ਦੱਸ ਦਿਓ ਕਿਵੇਂ, ਤੁਸੀਂ ਨਾਲ ਬਹਿ ਕੇ ਮੈਨੂੰ ਦੱਸ ਦਿਓ ਕਿਵੇਂ ਇਹ ਵੱਢਿਆ ਜਾਂਦਾ। ਹੁਣ ਇਹ ਹੋ ਸਕਦਾ ਕਿ ਮਾਈਕ ਤੁਸੀਂ ਫੜ ਲਓ ਤੇ ਮੈਂ ਹੁਣ ਥੋੜੀ ਦੇਰ ਵਾਸਤੇ ਕਿਸਾਨ ਬਣ ਜਾ।
ਵਾਕਈ ਜਿਵੇਂ ਲੱਗਦਾ ਹੈ ਕਿ ਹੈਗਾ ਕੰਮ ਬਹੁਤ ਵਧੀਆ, ਲੇਕਿਨ ਔਖਾ ਬੜਾ ਹੈ। ਹੱਥ ਦਾ ਬੜਾ ਧਿਆਨ ਰੱਖਣਾ ਪੈ ਰਿਹਾ। ਮੈਨੂੰ ਬਾਰ-ਬਾਰ ਡਰ ਇਹੀ ਹੈ ਕਿਤੇ ਮੇਰਾ ਹੱਥ ਨਾ ਕੱਟ ਜਾਏ, ਲੇਕਿਨ ਸਾਹਮਣਾ ਵੀ ਸਭ ਤੋਂ ਜ਼ਿਆਦਾ ਔਖਾ ਹੈ। ਇਹ ਤੁਸੀਂ ਪਹਿਲੀ ਵਾਰ ਦੇਖ ਰਹੇ ਹੋਵੋਗੇ ਕਿ ਇੱਕ ਪੱਤਰਕਾਰ ਜਿਹੜਾ ਰਿਪੋਰਟਿੰਗ ਕਰਨ ਵਾਸਤੇ ਖੇਤ ਦੇ ਵਿੱਚ ਆਇਆ, ਲੇਕਿਨ ਉਹ ਵੀ ਕਣਕ ਦੀ ਵਾਢੀ ਜਿਹੜੀ ਹੈਗੀ ਉਹ ਕਰਨ ਨੂੰ ਆਪਾਂ ਇਹਨੂੰ ਇੱਥੇ ਰੱਖ ਦਿੰਦੇ ਜੀ। ਕਿਵੇਂ ਸਿੱਧੇ ਇੱਦਾਂ? ਅੱਛਾ, ਜਿਸ ਤਰੀਕੇ ਨਾਲ ਇੱਥੋਂ ਫੜੀਦਾ ਤੇ ਅੱਛਾ ਜੀ, ਇਸ ਤਰੀਕੇ ਦੇ ਨਾਲ ਜਿਹੜੀ ਹੈਗੀ ਹੈ ਪੂਰੀ ਇਹ ਵਾਢੀ ਹੁੰਦੀ ਹੈ, ਲੇਕਿਨ ਤਿੱਖੀ ਬਹੁਤ ਹੈ ਇਹ। ਕਿ ਮੈਂ ਵੀ ਕੋਸ਼ਿਸ਼ ਕੀਤੀ ਹੈ ਕਿ ਆਖਰ ਕਣਕ ਨੂੰ ਵੱਢ ਕੇ ਦੇਖੀਏ। ਮਜ਼ਾ ਬੜਾ ਆਉਂਦਾ ਹੈ, ਲੇਕਿਨ ਕੰਮ ਬੜਾ ਔਖਾ ਹੈ। ਮਿੱਟੀ ਲੱਗ ਚੁੱਕੀ ਹੈ, ਮੈਨੂੰ ਤਾਂ ਇੰਨੇ ਦੇ ਵਿੱਚ ਹੀ ਸਾਹ ਚੜ ਗਿਆ। ਲੇਕਿਨ ਕਿਉਂਕਿ ਇੱਕ ਡਰ ਹੁੰਦਾ ਹੈ, ਅਸੀਂ ਕਦੀ ਇਸ ਦਾਤੀ ਨੂੰ ਚਲਾਇਆ ਨਹੀਂ, ਤੇ ਦਾਤੀ ਨੂੰ ਚਲਾਉਣ ਦਾ ਜਿਹੜਾ ਇੱਕ ਟੈਕਨੀਕ ਹੈਗੀ ਹੈ ਉਹ ਕਿਸਾਨ ਦੇ ਕੋਲ ਹੀ ਹੈ। ਮੈਂ ਇੱਥੇ ਸਿਰਫ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਆਖਿਰ ਮੇਰੇ ਦੇਸ਼ ਦਾ ਅੰਨਦਾਤਾ ਜਿਹੜਾ ਦਿੱਲੀ ਦੀ ਬਰੂਹਾਂ ਦੇ ਵਿੱਚ ਪਿਛਲੇ 4 ਮਹੀਨੇ ਤੋਂ ਡਟਿਆ ਹੋਇਆ ਹੈ, ਉਹ ਵੀ ਆਪਣੀ ਮੰਗਾਂ ਮਨਵਾਉਣ ਵਾਸਤੇ 3 ਕਾਲੇ ਖੇਤੀ ਕਾਨੂੰਨ ਜਿਸ ਨੂੰ ਕਿਸਾਨ ਦੱਸ ਰਿਹਾ ਉਹਨਾਂ ਨੂੰ ਰੱਦ ਕਰਵਾਉਣ ਵਾਸਤੇ। ਲੇਕਿਨ ਉਹੀ ਕਿਸਾਨ ਜਿਹੜਾ ਹੈਗਾ ਖੇਤ ਦੇ ਵਿੱਚ ਭਰੀ ਦੁਪਹਿਰ ਦੇ ਵਿੱਚ ਜਦੋਂ ਸੂਰਜ ਪੂਰਾ ਅੱਗ ਉਗਲ ਰਿਹਾ, ਉਸ ਵੇਲੇ ਉਹ ਖੇਤ ਦੇ ਵਿੱਚ ਆਪਣੀ ਕਣਕ ਦੀ ਫਸਲ ਨੂੰ ਵੱਢ ਰਿਹਾ। ਇਸ ਤੋਂ ਬਾਅਦ ਤਿਆਰ ਕਰੂਗਾ, ਇਹਨੂੰ ਮੰਡੀਆਂ ਤੱਕ ਲੈ ਕੇ ਜਾਊਗਾ। ਇੱਕ ਜਿਹੜੀ ਕਿਸਾਨ ਦਾ ਜਿਹੜਾ ਪਸੀਨਾ ਹੈ ਉਹ ਇੱਥੇ ਦੇਖਣ ਨੂੰ ਮਿਲ ਰਿਹਾ। ਸਾਫ਼ ਤੌਰ ਤੇ ਦੇਖ ਸਕਦੇ ਹਾਂ ਆਹ ਕਿਸਾਨ ਜਿਹੜੇ ਮੇਰੇ ਨਾਲ ਦੇ, ਪਸੀਨਾ ਪੂਰਾ ਇਹਨਾਂ ਦੇ ਮੱਥੇ ਦੇ ਵਿੱਚ ਹੈਗਾ, ਚੋਰ ਹੈ। ਇਹ ਇੱਕ ਕਿਸਾਨ ਦੀ ਪੂਰੀ ਮਿਹਨਤ ਹੈ। ਇਸ ਤੋਂ ਬਾਅਦ ਘਰ ਜਾਣਗੇ, ਸਵੇਰੇ 8 ਵਜੇ ਆ ਜਾਂਦੇ ਨੇ ਖੇਤਾਂ ਦੇ ਵਿੱਚ, ਪੂਰਾ ਦਿਨ ਇੱਥੇ ਲੱਗੇ ਰਹਿਣਗੇ। ਉਸ ਤੋਂ ਬਾਅਦ ਇਹ ਵਾਢੀ ਕਰਨਗੇ, ਸ਼ਾਮ ਨੂੰ ਘਰੇ ਜਾਣਗੇ। ਉਸ ਤੋਂ ਬਾਅਦ ਅਗਲੇ ਦਿਨ 2 ਧੁੱਪਾਂ ਲਵਾਉਣ ਤੋਂ ਬਾਅਦ ਇਸ ਕਣਕ ਨੂੰ ਸਾਫ਼ ਕਰਨਗੇ, ਦਾਣਾ ਜਾਣਾ ਜਿਹੜਾ ਹੈਗਾ ਉਹਨੂੰ ਲੱਗ ਕਰਨਗੇ। ਇਸ ਤੋਂ ਬਾਅਦ ਦਾ ਅਗਲਾ ਪੜਾਅ ਵੀ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਕਿ ਆਖਰ ਕਣਕ ਕੱਟ ਗਈ ਹੈ, ਕਣਕ ਦੀ ਵਾਢੀ ਹੋ ਚੁੱਕੀ ਹੈ, ਕਣਕ ਬਾਹਰ ਆ ਗਈ ਹੈ, ਲੇਕਿਨ ਹੁਣ ਇਸ ਨੂੰ ਅੱਗੇ ਕਿਵੇਂ ਲੈ ਕੇ ਜਾਣਗੇ, ਕਿਵੇਂ ਇਸ ਨੂੰ ਬੰਨਣਗੇ, ਅਗਲੇ ਪੜਾਅ ਦੇ ਵਿੱਚ ਅਸੀਂ ਤੁਹਾਨੂੰ ਉਹ ਵਿਖਾਉਂਦੇ ਹਾਂ। ਤਾਂ ਤੁਹਾਨੂੰ ਮੈਂ ਤਸਵੀਰਾਂ ਦਿਖਾਈਆਂ ਸੀ ਕਿ ਕਿਵੇਂ ਇੱਕ ਕਿਸਾਨ ਭਰੀ ਦੁਪਹਿਰੀ ਦੇ ਵਿੱਚ ਗਰਮੀ ਦੇ ਵਿੱਚ ਕਣਕ ਦੀ ਵਾਢੀ ਕਰ ਰਿਹਾ ਹੈ। ਲੇਕਿਨ ਜਦੋਂ ਖੇਤ ਦੇ ਵਿੱਚ ਮੈਂ ਪਹੁੰਚਿਆ ਤਾਂ ਫਿਰ ਇੱਥੇ ਕਿਸਾਨਾਂ ਦੇ ਇੱਕ ਦਰਦ ਦੀ ਗੱਲ ਵੀ ਜ਼ਰੂਰ ਹੋਣੀ ਚਾਹੀਦੀ ਹੈ। ਉਹ ਦਰਦ ਜਿਸ ਨੂੰ ਲੈ ਕੇ ਕਿਸਾਨ ਦਿੱਲੀ ਦੇ ਸਿੰਘੂ ਬਾਰਡਰ ਤੇ ਪਹੁੰਚਿਆ ਹੋਇਆ ਹੈ ਤੇ ਸਰਕਾਰ ਦੇ ਅੱਗੇ ਮੰਗ ਕਰ ਰਿਹਾ ਹੈ ਕਿ ਉਸ ਦੇ ਇਸ ਦਰਦ ਨੂੰ ਖਤਮ ਕੀਤਾ ਜਾਵੇ। ਲੇਕਿਨ ਦਰਦ ਖਤਮ ਕਰਨ ਦੀ ਬਜਾਏ ਲਗਾਤਾਰ ਕਿਸਾਨ ਦੇ ਇਸ ਦਰਦ ਨੂੰ, ਪੰਜਾਬ ਦੇ ਕਿਸਾਨ ਦੇ ਇਸ ਦਰਦ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ। ਖੇਤੀ ਕਾਨੂੰਨ ਦੀ ਗੱਲ ਕਰਦੇ ਆ, ਤੁਹਾਨੂੰ ਪਤਾ ਹੋਣਾ ਕਿ ਤੁਹਾਡੇ ਜਿਹੜੇ ਹੋਰ ਸਾਥੀ ਕਿਸਾਨ ਨੇ ਉਹ ਦਿੱਲੀ ਦੀ ਬਰੂਹਾਂ ਦੇ ਵਿੱਚ ਡਟੇ ਹੋਏ ਨੇ, ਬਾਰਡਰ ਤੇ ਡਟੇ ਨੇ। ਤੁਸੀਂ ਕੀ ਕਹਿੰਦੇ ਹੋ ਇਹਨਾਂ 3 ਖੇਤੀ ਕਾਨੂੰਨਾਂ ਨੂੰ ਲੈ ਕੇ? ਹਾਂਜੀ, ਮਾਰੇ ਜਿਹੜੇ ਕਾਲੇ ਕਾਨੂੰਨ ਹੀ ਮੋਦੀ ਸਾਹਿਬ ਨੇ ਕੀਤੇ ਨੇ, ਲਾਏ ਆ, ਇਹ ਰੱਦ ਹੋਣੇ ਚਾਹੀਦੇ। ਇਹ ਕੀ ਹੈ, ਜਿਹੜੀ ਆਪਣੇ ਖੇਤੀ ਕਾਨੂੰਨ ਜਿਹੜੇ ਕਾਲੇ ਆ ਇਹ ਰੱਦ ਹੋਣੇ ਚਾਹੀਦੇ। ਕਿ ਜਿਹੜੀ ਕਿਸਾਨਾਂ ਦੀ ਮੰਗ ਹੈ ਪੂਰੀ ਕਰਨੀ ਚਾਹੀਦੀ ਸਰਕਾਰ ਨੂੰ। ਸਰਕਾਰ ਅੱਗੇ ਇਹੀ ਬੇਨਤੀ ਸਾਡੀ, ਮੋਦੀ ਸਾਹਿਬ ਅੱਗੇ, PM ਅੱਗੇ, ਠੀਕ ਹੈ ਜੀ। ਲੇਕਿਨ ਇੱਕ ਪਰੇਸ਼ਾਨੀ ਤਾਂ ਹੁੰਦੀ ਹੋਣੀ ਨਾ, ਤੁਸੀਂ ਇਸ ਵੇਲੇ ਇੱਥੇ ਵਾਢੀ ਕਰ ਰਹੇ ਹੋ, ਲੇਕਿਨ ਹੋਰ ਜਿਹੜੇ ਕਿਸਾਨ ਨੇ ਉੱਥੇ ਬੈਠੇ ਨੇ ਉਹਨਾਂ ਨੂੰ ਵੀ ਚਿੰਤਾ ਹੋਏਗੀ ਕਿ ਕਿਉਂਕਿ ਵਾਢੀ ਦਾ ਸੀਜ਼ਨ ਹੈ ਤੇ ਉਹ ਉੱਥੇ ਬੈਠੇ ਹੋਏ ਨੇ। ਪਰੇਸ਼ਾਨ ਜੀ ਕਿਸਾਨ, ਸਾਰੇ ਮੋਰਚੇ ਇੱਥੇ ਲੱਗਿਆ ਵਾ। ਅੱਜ ਤੇ 6 ਮਹੀਨੇ ਹੋ ਗਏ ਜੀ ਲਗਾਤਾਰ ਸੰਘਰਸ਼ ਚੱਲਦੇ ਨੂੰ, ਠੀਕ ਹੈ ਜੀ। ਇਹ ਮੋਦੀ ਦੇ ਕੰਨ 'ਚ ਜੂੰ ਨਹੀਂ ਸਰ ਕਿਸੇ ਦੇ ਕਰੇ। ਇਹਨਾਂ ਨੂੰ ਜਿਹੜੇ ਕਾਲੇ ਕਾਨੂੰਨ ਰੱਦ ਕਰਨੇ ਚਾਹੀਦੇ। ਇਹ ਮੋਦੀ ਸਾਹਿਬ ਅੱਗੇ ਸਾਡੀ ਬੇਨਤੀ ਹੈ ਵਾਰ-ਵਾਰ ਕਿਸਾਨਾਂ ਦੀ, ਠੀਕ ਹੈ ਨਾ ਜੀ। ਇਹਨੂੰ ਰੱਦ ਕਰ ਦਿਓ ਤੇ ਜਿਹੜੇ ਕਿਸਾਨ ਆਪਣੇ ਆਪਣੇ ਘਰ ਆ ਕੇ ਆਪਣੀ ਵਢਾਈ ਕਰਨ ਜੀ, ਆਪਣੀ ਫਸਲ ਨੂੰ ਸਾਂਭਣ। ਕਣਕ ਦੀ ਵਾਢੀ ਦੀ ਤਸਵੀਰ ਦਿਖਾਈ ਤਾਂ ਹੁਣ ਤੁਹਾਨੂੰ ਤਸਵੀਰ ਦਿਖਾਉਂਦੇ ਆ ਕਣਕ ਨੂੰ ਬੰਨਣ ਦੀ। ਬਜ਼ੁਰਗ ਕਿਸਾਨ ਰੱਸੀ ਨੂੰ ਫੜੇ ਬੈਠੇ ਨੇ ਤੇ ਫਿਰ ਕਣਕ ਇਹਦੇ ਉੱਪਰ ਰੱਖੀ ਜਾਊਗੀ। ਉਸ ਤੋਂ ਬਾਅਦ ਇਹਨੂੰ ਬੰਨ ਕੇ ਘਰੇ ਲੈ ਕੇ ਜਾਇਆ ਜਾਊਗਾ ਜਿੱਥੇ ਕਣਕ ਦਾ ਦਾਣਾ ਦਾਣਾ ਕੱਢਿਆ ਜਾਊਗਾ। ਲੇਕਿਨ ਖੇਤੀ ਕਾਨੂੰਨ ਦੀ ਗੱਲ ਕਰੀ ਸੀ, ਜਦ ਤੱਕ ਇਹ ਬੰਦੇ ਹੋ ਤੁਸੀਂ ਉਦੋਂ ਤੱਕ ਮੈਂ ਤੁਹਾਡੇ ਨਾਲ 2-4 ਗੱਲਾਂ ਵੀ ਕਰ ਲੈਣਾ। ਖੇਤੀ ਕਾਨੂੰਨ ਦੇ ਵਿੱਚ ਨੂੰ ਲੈ ਕੇ ਜਿਹੜਾ ਦਿੱਲੀ ਦੇ ਵਿੱਚ ਸੰਘਰਸ਼ ਚੱਲ ਰਿਹਾ, ਧਰਨਾ ਲਾਏ ਬੈਠੇ ਨੇ ਕਿਸਾਨ। ਤੁਹਾਡੇ ਘਰ ਤੋਂ ਵੀ ਕੋਈ ਗਏ ਨੇ ਜਾਂ ਤੁਸੀਂ ਵੀ ਗਏ ਹੋ? ਮੁੰਡੇ ਗਏ ਵੀ ਆਈ ਇੱਥੇ ਗਏ ਹੈ, ਬਾਕੀ ਮੈਂਬਰ ਸਾਰੇ ਗਏ ਵੀ, ਅਸੀਂ ਗਏ ਪਏ। ਤੁਸੀਂ ਇੱਥੇ ਕਣਕ ਦੀ ਵਾਢੀ ਨੂੰ ਇਸ ਵੇਲੇ ਵੇਖ ਰਹੇ ਹੋ? ਵਾਢੀ ਨਾਲ ਜੀ
वाढी कर रहे हैं, दाना दाना साम रहे हैं, ना सामझे पे गया। ਤੁਹਾਡੀ ਉਮਰ ਕਿੰਨੀ ਹੋ ਗਈ ਹੋਣੀ ਬਾਬਾ ਜੀ? उम्र साहब मेरी होगी जी 80 साल के करीब। ਤੇ 80 ਸਾਲ ਦੇ ਕਿਸਾਨ ਨੇ ਜਿਹੜੇ ਇਸ ਵੇਲੇ ਭਰੀ ਦੁਪਹਿਰੀ ਦੇ ਵਿੱਚ ਆਪਣਾ ਪਸੀਨਾ ਵਹਾ ਰਹੇ ਨੇ। ਇਹ ਸਾਡੇ ਅੰਨਦਾਤਾ ਨੇ, ਇਹ ਉਹ ਅੰਨਦਾਤਾ ਨੇ ਜਿਹੜੀ ਮਿਹਨਤ ਕਰਦੇ ਨੇ, ਉਸ ਤੋਂ ਬਾਅਦ ਸਾਡਾ ਢਿੱਡ ਭਰਦੇ ਨੇ, ਪੂਰੇ ਦੇਸ਼ ਦਾ ਢਿੱਡ ਭਰਦੇ ਨੇ। ਲੇਕਿਨ ਕਿਉਂ ਤੁਹਾਨੂੰ ਇਹ ਲੱਗਦਾ ਹੈ ਕਿ ਹੁਣ ਜਿਹੜੀ ਸਰਕਾਰ ਹੈ ਉਹ ਕਿਸਾਨ ਤਾਂ ਸਰਕਾਰ ਦਾ ਵੀ ਢਿੱਡ ਭਰ ਰਹੇ ਨੇ, ਦੇਸ਼ ਦਾ ਵੀ ਢਿੱਡ ਭਰ ਰਹੇ ਨੇ। ਹੁਣ ਕਿਸਾਨਾਂ ਨੂੰ ਕਿਉਂ ਇਹ ਲੱਗ ਰਿਹਾ ਕਿ ਜਿਹੜੀ ਸਰਕਾਰ ਹੈ ਉਹ ਤੁਹਾਡਾ ਢਿੱਡ ਖਾਲੀ ਕਰ ਰਹੀ ਹੈ, ਤੁਹਾਡੇ ਹਾਂ ਦਾ ਵੀ ਜਿਹੜਾ ਖਾਣਾ ਹੈਗਾ ਉਹ ਵੀ ਛਿਨ ਰਹੀ ਹੈ? ਹੁਣ ਇਹ ਤਾਂ ਉਹਨਾਂ ਨੂੰ ਚਾਹੀਦਾ ਵੀ ਜ਼ਿਮੀਂਦਾਰਾਂ ਦਾ ਕੀ ਹਾਲ ਹੈ ਵੀ ਜਿਹੜੀ ਮੰਗਾਂ ਜ਼ਿਮੀਂਦਾਰਾਂ ਦੀਆਂ ਉਹ ਉਹਨਾਂ ਨੂੰ ਮਿਲਣੀ ਚਾਹੀਦੀਆਂ ਅਸੀਂ ਮਰ ਜਾਣਾ ਖੇਤਾਂ 'ਚ ਉਹਨੂੰ ਬੈਠਿਆ ਸਾਨੂੰ ਤੰਗ ਕਰੀ ਜਾਂਦੇ। ਕਣਕ ਨੂੰ ਬੰਨਣ ਦਾ ਕੰਮ ਚੱਲ ਰਿਹਾ ਹੈ। ਬਾਬਾ ਜੀ ਆਹ ਜਿਹੜੀ ਰੱਸੀ ਹੈ ਇਹ ਕਿਸ ਚੀਜ਼ ਦੀ ਬਣੀ ਹੁੰਦੀ ਹੈ? ਕਿਉਂਕਿ ਬੜੀ ਇਹ ਦਰਿਆ ਦੇ ਵਿੱਚ ਖੱਡ 'ਚ ਡਿੱਬ ਹੁੰਦੀ ਹੈ। ਇਹ ਡਿੱਬ ਹੀ ਲਿਆਣੀ, ਕੁੱਟਣੀ, ਸੁਕਾਉਣੀ, ਫਿਰ ਵੱਟਣੀ। ਇਹ ਕਾਫੀ ਮਜ਼ਬੂਤ ਹੁੰਦੀ ਹੈ, ਬਹੁਤ ਮਜ਼ਬੂਤ ਹੈ। ਹਾਂਜੀ, ਤੇ ਆ ਬਣ ਰਹੇ ਨੇ, ਤੁਹਾਨੂੰ ਦਿਖਾ ਰਹੇ ਹਾਂ ਅਸੀਂ ਕਿਸ ਤਰੀਕੇ ਦਾ ਕਣਕ ਨੂੰ ਬੰਨਿਆ ਜਾਂਦਾ ਹੈ। ਆ ਬੰਨਣ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ ਕਿ ਕਿਵੇਂ ਜਿਹੜੀ ਰੱਸੀ ਹੈ ਵੀ ਕਾਫੀ ਖਾਸ ਹੁੰਦੀ ਹੈ, ਜਿਸ ਨੂੰ ਕਿਸਾਨ ਖੁਦ ਬਣਾਉਂਦਾ ਹੈ, ਸੁਕਾਉਂਦਾ ਹੈ ਤੇ ਇਸ ਨੂੰ ਗਿੱਲਾ ਵੀ ਕੀਤਾ ਜਾਂਦਾ ਹੈ। ਜਿਸ ਤਰੀਕੇ ਨਾਲ ਦੱਸ ਰਹੇ ਉਸ ਤੋਂ ਬਾਅਦ ਇੱਕ ਮਜ਼ਬੂਤ ਜਿਹੜੀ ਰੱਸੀ ਹੈ ਇਹ ਬਣ ਜਾਂਦੀ ਹੈ। ਤੇ ਆ ਕਣਕ ਜਿਹੜੀ ਹੈਗੀ ਹੈ ਇਹਦਾ ਇਹਨੂੰ ਹੁਣ ਆ ਜਿਹੜੇ ਤੁਸੀਂ ਪੂਰਾ ਬੰਨ ਲਿਆ, ਇਹਨੂੰ ਕੀ ਕਹਿੰਦੇ ਜੀ? ਹੁਣ ਪੂਰਾ ਜਿਹੜਾ ਬੰਨ ਲਿਆ ਹੁਣ ਇਹਨੂੰ ਭਰੀ ਕਹਿੰਦੇ ਜੀ, ਭਰੀ ਕਹਿੰਦੇ। ਭਰੀ ਕਹਿੰਦੇ ਜੀ। ਤਾਂ ਤੁਹਾਨੂੰ ਅਸੀਂ ਦਿਖਾਇਆ ਕਿ ਆਖਰ ਕਿਸ ਤਰੀਕੇ ਦੇ ਨਾਲ ਕਿਸਾਨ ਜਦੋਂ ਖੇਤ ਦੇ ਵਿੱਚ ਪਹੁੰਚਦਾ ਹੈ ਵਾਢੀ ਦੇ ਵਾਸਤੇ, ਉਹ ਵਾਢੀ ਕਰਦਾ ਹੈ ਤੇ ਉਸ ਤੋਂ ਬਾਅਦ ਕਿਵੇਂ ਕਣਕ ਨੂੰ ਬੰਨ ਕੇ ਫਿਰ ਉਸ ਨੂੰ ਘਰ ਤੱਕ ਪਹੁੰਚਾਉਂਦਾ ਹੈ। ਲੇਕਿਨ ਉਸ ਤੋਂ ਬਾਅਦ ਦਾ ਜਿਹੜਾ ਅਗਲਾ ਪੜਾਅ ਹੁੰਦਾ ਹੈ ਉਹ ਹੁੰਦਾ ਹੈ ਕਣਕ ਦਾ ਦਾਣਾ ਕੱਢਣ ਦਾ। ਤੇ ਉਹ ਜਿਹੜਾ ਦਾਣਾ ਹੈ ਉਹ ਹੜੰਬਾ ਦੇ ਨਾਲ ਕੱਢਿਆ ਜਾਂਦਾ। ਜਿਹੜੀ ਮਸ਼ੀਨ ਹੁੰਦੀ ਹੈ ਜਿਹੜੇ ਦਾਣੇ ਨੂੰ ਵੱਖਰਾ ਕਰਦੀ ਹੈ ਤੇ ਉਸ ਦੇ ਵੇਸਟ ਨੂੰ ਵੱਖਰਾ ਕਰਦੀ ਹੈ। ਇਹ ਜਿਹੜਾ ਵੇਸਟ ਹੈ ਇਹ ਉਸੇ ਕਣਕ ਦੇ ਦਾਣੇ ਤੋਂ ਬਾਅਦ ਹੜੰਬੇ ਦੇ ਵੱਲੋਂ ਕੱਢਿਆ ਗਿਆ ਉਹੀ ਵੇਸਟ ਹੈ ਜਿਹੜਾ ਇੱਕ ਪਾਸੇ ਕਣਕ ਨੂੰ ਕਰਦਾ ਤੇ ਵੇਸਟ ਕਰਦਾ ਹੈ। ਇਸ ਨੂੰ ਤੂੜੀ ਕਿਹਾ ਜਾਂਦਾ ਹੈ, ਜਿਹੜਾ ਗਾਵਾਂ ਤੇ ਮੱਝਾਂ ਦੇ ਖਾਣ ਦੇ ਵਾਸਤੇ ਕੰਮ ਆਉਂਦਾ ਹੈ। ਇਸ ਨੂੰ ਬਾਜ਼ਾਰ ਦੇ ਵਿੱਚ ਵੀ ਕਿਸਾਨ ਵੇਚਦੇ ਨੇ ਤੇ ਇਹ ਉਹੀ ਵੇਸਟ ਹੈ ਜਿਹੜਾ ਜਿਸ ਨੂੰ ਨਾਂ ਦਿੱਤਾ ਜਾਂਦਾ ਹੈ ਤੂੜੀ ਦਾ। ਇਹ ਵੀ ਵਿਕਦੀ ਹੈ। ਦਾਣਾ ਨਿਕਲਣ ਤੋਂ ਬਾਅਦ ਕਣਕ ਦਾ ਇਹੀ ਵੇਸਟ ਹੁੰਦਾ ਜਿਹੜਾ ਨਿਕਲਦਾ ਤੇ ਤੂੜੀ ਬਿਲਕੁਲ ਸਹੀ ਤਰੀਕੇ ਦੇ ਨਾਲ ਨਿਕਲੇ, ਇਸ ਦੇ ਵਾਸਤੇ ਜ਼ਿਆਦਾ ਕਰਕੇ ਕਿਸਾਨ ਜਿਹੜੇ ਨੇ ਉਹ ਦਾਤੀ ਦੇ ਨਾਲ ਕਣਕ ਨੂੰ ਵੱਢਦੇ ਨੇ। ਕਿਉਂਕਿ ਕਣਕ ਨੂੰ ਦਾਤੀ ਦੇ ਨਾਲ ਵੱਢਣ ਤੇ ਜਿਸ ਤਰੀਕੇ ਦੇ ਨਾਲ ਕਿਸਾਨਾਂ ਨੇ ਦੱਸਿਆ ਕਿ ਜਿਹੜਾ ਪੂਰਾ ਕਣਕ ਹੈ ਉਹ ਬਿਲਕੁਲ ਸਫਾਈ ਦੇ ਨਾਲ ਨਿਕਲਦੀ ਹੈ ਤੇ ਦਾਣਾ ਵੀ ਜ਼ਿਆਦਾ ਖਰਾਬ ਨਹੀਂ ਹੁੰਦਾ। ਲੇਕਿਨ ਆ ਜਿਹੜਾ ਹਡੰਬਾ ਤੋਂ ਇੱਕ ਦਾਣਾ ਵੱਖਰਾ ਕੀਤਾ ਗਿਆ ਹੈ ਵਾਢੀ ਤੋਂ ਬਾਅਦ, ਇਹ ਉਹੀ ਦਾਣਾ ਕਿ ਕਿਵੇਂ ਕਣਕ ਦਾ ਦਾਣਾ ਕੱਢਿਆ ਗਿਆ। ਉਸ ਤੋਂ ਬਾਅਦ ਦਿਹਾੜੀਦਾਰ ਜਿਹੜੇ ਮਜ਼ਦੂਰ ਹੁੰਦੇ ਨੇ ਉਹ ਬੋਰੀਆਂ ਭਰਦੇ ਨੇ ਕਣਕ ਦੀਆਂ ਤੇ ਇਸ ਤੋਂ ਬਾਅਦ ਇਹੀ ਕਣਕ ਸਫਾਈ ਥੋੜੀ ਬਹੁਤ ਸਫਾਈ ਹੋਣ ਤੋਂ ਬਾਅਦ ਸਿੱਧੇ ਮੰਡੀ ਦੇ ਪਹੁੰਚਦੀ ਹੈ। ਹਾਲਾਂਕਿ ਮੰਡੀ ਦੇ ਵਿੱਚ ਜਿਹੜੀ ਹੁੰਦੀ ਹੈ ਉਹਦੀ ਪੂਰੀ ਸਫਾਈ ਹੁੰਦੀ ਹੈ। ਇਸ ਤਰੀਕੇ ਦੇ ਨਾਲ ਜਿਹੜੇ ਇਸ ਪੂਰੇ ਖੇਤ ਦੇ ਵਿੱਚ ਵਾਢੀ ਹੋਈ ਹੈ ਉਸ ਤੋਂ ਬਾਅਦ ਜਦੋਂ ਦਾਣਾ ਕੱਢਿਆ ਗਿਆ ਤਾਂ ਉਹ ਦਾਣਾ ਇਹਨਾਂ ਬੋਰੀਆਂ ਦੇ ਵਿੱਚ ਭਰਿਆ ਹੋਇਆ। ਤੁਸੀਂ ਵੇਖ ਸਕਦੇ ਹੋ ਕਿ ਇਹ ਉਹ ਕਣਕ ਹੈ ਜਿਹੜੀ ਅਖੀਰ ਦੇ ਵਿੱਚ ਹੁਣ ਇਹੀ ਮੰਡੀ ਦੇ ਵਿੱਚ ਜਾਊਗੀ ਤੇ ਫਿਰ ਉੱਥੇ ਵੀ ਇਹ ਸਾਫ਼ ਹੋਏਗੀ ਤੇ ਫਿਰ ਉੱਥੇ ਇਹ ਮੰਡੀ ਦੇ ਵਿੱਚ ਵਿਕੇਗੀ। ਸਕਾਈ ਨਿਊਜ਼ ਪੰਜਾਬ ਨੇ ਤੁਹਾਨੂੰ ਦਿਖਾਇਆ ਕਿ ਕਿਸ ਤਰੀਕੇ ਨਾਲ ਖੇਤ ਦੇ ਵਿੱਚ ਕਿਸਾਨ ਦਾਤੀ ਦੇ ਨਾਲ ਕਣਕ ਨੂੰ ਵੱਢਦਾ ਹੈ। ਲੇਕਿਨ ਆਧੁਨਿਕਤਾ ਦੇ ਇਸ ਯੁੱਗ ਦੀ ਇੱਕ ਤਸਵੀਰ ਤੁਹਾਨੂੰ ਦਿਖਾਉਂਦੇ ਹਾਂ ਕਿ ਜਿਹੜੀ ਮੇਰੇ ਨਾਲ ਕੰਬਾਈਨ ਖੜੀ ਹੈ, ਹੁਣ ਕਿਸਾਨ ਜ਼ਿਆਦਾ ਕਰਕੇ ਇਸੇ ਕੰਬਾਈਨ ਦਾ ਇਸਤੇਮਾਲ ਕਰਦੇ ਨੇ ਕਿਉਂਕਿ ਇਹ ਕੰਬਾਈਨ ਕਣਕ ਨੂੰ ਵੱਢਦੀ ਤਾਂ ਹੈ, ਨਾਲ ਦੇ ਨਾਲ ਹੀ ਉਸ ਨੂੰ ਸਾਫ਼ ਕਰਕੇ ਅੱਗੇ ਦਾਣਾ ਵੀ ਉਹ ਟਰਾਲੀ ਦੇ ਵਿੱਚ ਇਕੱਠਾ ਕਰ ਦਿੰਦੀ ਹੈ। ਇਹ ਆਧੁਨਿਕਤਾ ਦਾ ਇੱਕ ਉਹ ਨਵੀਂ ਮਸ਼ੀਨ ਹੈ ਜਿਸ ਦਾ ਇਸਤੇਮਾਲ ਇਸ ਵਕਤ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਕੀਤਾ ਜਾ ਰਿਹਾ ਹੈ। ਹਾਲਾਂਕਿ ਫਰਕ ਇਹ ਨਜ਼ਰ ਆਊਗਾ ਕਿ ਕੰਬਾਈਨ ਦੇ ਨਾਲ ਜਦੋਂ ਕਣਕ ਵੱਢੀ ਜਾਂਦੀ ਹੈ ਤਾਂ ਤੁਸੀਂ ਵੇਖਿਆ ਹੋਣਾ, ਮੈਂ ਤੁਹਾਨੂੰ ਦਾਤੀ ਦੇ ਨਾਲ ਵੀ ਦਿਖਾਇਆ ਸੀ ਕਿਸ ਤਰੀਕੇ ਨਾਲ ਜਦੋਂ ਕਣਕ ਵੱਢੀ ਜਾਂਦੀ ਹੈ ਤਾਂ ਪੂਰੇ ਇੱਕ ਸਾਫ਼ ਤਰੀਕੇ ਦੇ ਨਾਲ ਥੱਲੇ ਤੱਕ ਕਣਕ ਵੱਢੀ ਜਾਂਦੀ ਹੈ। ਲਈ ਕੰਬਾਈਨ ਦੇ ਕਾਰਨ ਥੋੜੇ ਜਿਹੇ ਡੱਕੇ ਹੁੰਦੇ ਨੇ ਉਹ ਕਾਫੀ ਰਹਿ ਜਾਂਦੇ ਨੇ। ਲੇਕਿਨ ਕੰਬਾਈਨ ਜਿਹੜਾ ਹੈਗਾ ਇਹ ਕੰਮ ਬਹੁਤ ਛੇਤੀ ਕਰ ਦਿੰਦਾ ਹੈ।
ਵੱਡੇ ਤੋਂ ਵੱਡੇ ਜਿੰਨੇ ਮਰਜ਼ੀ ਵੱਡਾ ਖੇਤ ਹੋਵੇ ਉਸ ਨੂੰ ਬਹੁਤ ਛੇਤੀ ਦੇ ਨਾਲ ਸਾਫ਼ ਕਰ ਦਿੰਦਾ ਹੈ। ਕੰਬਾਈਨ ਦੇ ਵਿੱਚ ਮੇਰੇ ਨਾਲ ਕਾਫੀ ਕੰਬਾਈਨ ਜਿਹੜੇ ਚਲਾ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਆਖਰ ਇਹ ਪੂਰਾ ਖੇਤ ਜਿਹੜਾ ਤੁਸੀਂ ਕੰਬਾਈਨ ਦੇ ਨਾਲ ਕਣਕ ਵੱਢ ਰਹੇ ਹੋ। ਅਸੀਂ ਇਸ ਤੋਂ ਪਹਿਲਾਂ ਇੱਕ ਤਸਵੀਰ ਦਿਖਾਈ ਸੀ ਕਿ ਕਿਸਾਨ ਜਿਹੜੇ ਦਾਤੀ ਦੇ ਨਾਲ ਕਣਕ ਨੂੰ ਕੱਟ ਰਹੇ ਨੇ। ਕੰਬਾਈਨ ਤੇ ਦਾਤੀ ਦੇ ਨਾਲ ਕੱਢਣ ਦੇ ਵਿੱਚ ਕਿੰਨਾ ਕੁ ਫਰਕ ਹੈ? ਫਰਕ ਬਹੁਤ ਹੈ ਜੀ। ਵੀ ਐਂ ਦਾਤੀ ਨਾਲ ਟਾਈਮ ਜ਼ਿਆਦਾ ਲੱਗਦਾ ਜੀ, ਕੰਬਾਈਨ ਨਾਲ ਮੰਨ ਲਓ ਕਿ ਘੰਟੇ ਵਿੱਚ ਕਿੱਲਾ ਵੱਢ ਹੋ ਜਾਂਦਾ, ਦਾਤੀ ਨਾਲ ਜ਼ਿਆਦਾ ਟਾਈਮ ਲੱਗਦਾ। ਇਹਦੇ ਕਰਕੇ ਕੰਬਾਈਨ ਨਾਲ ਵਢਾਉਣਾ ਜ਼ਿਆਦਾ ਬਿਹਤਰ ਸਮਝਦੇ ਲੋਕ। ਹਾਂ ਜੀ, ਇੱਕ ਤਾਂ ਸਮਾਂ ਕਾਫੀ ਬਚਦਾ ਹੈ ਸਮਾਂ ਤੇ ਬੜੀ ਗੱਲ ਹੈ ਜੀ, ਸਮਾਂ ਬਚਦਾ ਇਹਦੇ ਵਿੱਚ। ਬਾਕੀ ਆਪਣੇ ਪੜ੍ਹਾਈ ਛੇਤੀ ਹੋ ਜਾਂਦੀ ਹੈ, ਦਾਣਾ ਛੇਤੀ ਸਾਂਭ ਹੋ ਜਾਂਦਾ ਹੈ। ਐਂ ਵੀ ਹੁਣ ਜਦੋਂ ਮੌਸਮ ਖਰਾਬ ਹੋ ਜਾਂਦਾ ਕਈ ਵਾਰ ਬਈਆਂ ਦੀ ਵੱਢੀ ਵੀ ਉੱਡ ਜਾਂਦੀ ਹੈ ਹਵਾ 'ਚ, ਮੀਂਹ ਬਾਰਿਸ਼ ਆ ਜਾਂਦੀ ਹੈ। ਇਹਦੇ ਨਾਲ ਐਂ ਵੀ ਮਿੰਟੋ ਮਿੰਟੀ ਦਾਣੇ ਵੱਢ ਕੇ ਟਰਾਲੀ 'ਚ ਪਾ ਕੇ ਕਿਸਾਨ ਆਪਣੇ ਘਰ ਲਿਜਾ ਸਕਦਾ। ਤੇ ਜਿਸ ਤਰੀਕੇ ਦੇ ਨਾਲ ਅਸੀਂ ਦੇਖਿਆ ਕਿ ਇਸ ਦੇ ਨਾਲ ਮੈਂ ਦੇਖ ਰਿਹਾ ਕਿ ਜਿਵੇਂ ਕਣਕ ਦਾ ਵੀ ਥੋੜਾ ਬਹੁਤ ਨੁਕਸਾਨ ਹੁੰਦਾ ਹੈ, ਇਹਦੇ ਨਾਲ ਹੁੰਦਾ ਹੈ ਕਿਉਂਕਿ ਦਾਤੀ ਦੇ ਨਾਲ ਤਾਂ ਨਹੀਂ ਹੁੰਦਾ। ਨਹੀਂ ਮਸ਼ੀਨ ਗੱਲ ਨਹੀਂ ਹੁੰਦਾ ਜੀ। ਮਸ਼ੀਨ ਵਧੀਆ ਮਸ਼ੀਨ ਹੋਵੇ ਫਿਰ ਨਹੀਂ ਨੁਕਸਾਨ ਹੁੰਦਾ। ਅਗਰ ਮਸ਼ੀਨ ਹੈ ਕੋਈ ਪੁਰਾਣੀ ਹੈ ਜੀ, ਬਹੁਤੀ ਪੁਰਾਣੀ ਮਸ਼ੀਨ ਹੈ, ਫਿਰ ਨੁਕਸਾਨ ਹੋ ਜਾਂਦਾ ਜੀ। ਮੰਨ ਲਓ ਕਿੱਲੇ ਦਾ 20-30 ਕਿਲੋ ਕਣਕ ਦਾ ਹੋ ਸਕਦਾ ਹੈ, ਇਹ ਤੋਂ ਜ਼ਿਆਦਾ ਨਹੀਂ ਹੋ ਸਕਦਾ। ਤੇ ਇਸ ਤੋਂ ਬਾਅਦ ਇਹਦਾ ਕੰਮ ਕੀ ਹੁੰਦਾ? ਕੰਬਾਈਨ ਨੇ ਜਦੋਂ ਕਣਕ ਕੱਟੀ ਉਸ ਤੋਂ ਬਾਅਦ ਸਾਫ਼ ਕੀਤੀ ਤੇ ਸਿੱਧਾ ਟਰਾਲੀ ਦੇ ਵਿੱਚ ਸਿੱਧਾ ਟਰਾਲੀ ਦੇ ਵਿੱਚ ਪਾਊਗੀ ਜੀ ਇਹ। ਹਾਂਜੀ, ਤੇ ਉਸ ਤੋਂ ਬਾਅਦ ਜਦੋਂ ਮੰਡੀ ਦੇ ਵਿੱਚ ਸਿੱਧਾ ਟਰਾਲੀ ਲੈ ਕੇ ਜਾਓਗੇ, ਕਿਉਂਕਿ ਜਿਹੜਾ ਉਹ ਹੁੰਦਾ ਹੜੰਬਾ ਦੇ ਨਾਲ ਜਦੋਂ ਕੱਢਦੇ ਨੇ ਤਾਂ ਉਸ ਦੇ ਨਾਲ ਬੋਰੀਆਂ ਦੇ ਵਿੱਚ ਭਰੇ ਜਾਂਦਾ। ਇਹ ਤੁਸੀਂ ਬੋਰੀ ਤੇ ਭਰੋਗੇ ਜਾਂ ਸਿੱਧਾ ਹੀ ਲੈ ਜਾਓਗੇ? ਇਹ ਸਿੱਧਾ ਟਰਾਲੀ 'ਚ ਪਾਵਾਂਗੇ। ਹੁਣ ਟਰਾਲੀ ਤੋਂ ਬਾਅਦ ਫਿਰ ਮੰਡੀ 'ਚ ਢੇਰੀ ਹੋ ਕੇ ਫਿਰ ਇਹਨੂੰ ਪੱਖਾ ਲੱਗ ਕੇ ਫਿਰ ਬੋਰੀਆਂ 'ਚ ਪਾਊਗੀ ਜੀ ਇਹ ਸਾਡੇ ਨਾਲ ਕਿਸਾਨ ਸਨ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਕੰਬਾਈਨ ਤੋਂ ਜਦੋਂ ਫਸਲ ਨੂੰ ਵੱਢਿਆ ਜਾਂਦਾ ਹੈ ਤਾਂ ਫਿਰ ਜਿਹੜੀ ਇਹ ਵਾਢੀ ਹੈ ਸਭ ਤੋਂ ਜ਼ਿਆਦਾ ਸੌਖੀ ਹੁੰਦੀ ਹੈ ਤੇ ਆਸਾਨ ਵੀ ਹੈ, ਬਹੁਤ ਛੇਤੀ ਹੋ ਜਾਂਦਾ ਹੈ। ਕਿਉਂਕਿ ਦਾਤੀ ਨਾਲ ਵੱਢਦੇ ਹੋਏ ਕਾਫੀ ਸਮਾਂ ਲੱਗਦਾ ਹੈ ਤੇ ਇੰਨੇ ਵੱਡੇ ਵੱਡੇ ਖੇਤ ਹੁੰਦੇ ਨੇ, ਉਹਨਾਂ ਨੂੰ ਵੱਢਣਾ ਕਾਫੀ ਜਿਹੜਾ ਕੰਬਾਈਨ ਦੇ ਨਾਲ ਹੈ ਕੰਮ ਜਿਹੜਾ ਬਹੁਤ ਸੌਖਾ ਹੋ ਜਾਂਦਾ, ਕਿਉਂਕਿ ਵਾਢੀ ਦੇ ਨਾਲ ਕੰਬਾਈਨ ਸਿੱਧਾ ਕਣਕ ਨੂੰ ਸਾਫ਼ ਕਰਕੇ ਦਾਣਾ ਵੀ ਅਲੱਗ ਕਰ ਦਿੰਦੀ ਹੈ। ਇਹ ਅੱਜ ਦੇ ਯੁੱਗ ਦਾ, ਆਧੁਨਿਕਤਾ ਦੇ ਯੁੱਗ ਦੀ ਉਹ ਮਸ਼ੀਨ ਹੈ, ਉਹ ਕਲਾ ਹੈ ਜਿਸ ਨੇ ਕਿਸਾਨ ਦੇ ਕੰਮ ਨੂੰ ਕਾਫੀ ਸੌਖਾ ਕਰ ਦਿੱਤਾ ਹੈ। ਤੇ ਅੱਜ ਅਸੀਂ ਆਪਣੀ ਇਸ ਖਾਸ ਪੇਸ਼ਕਸ਼ ਦੀ ਜਿਹੜੀ ਸ਼ੁਰੂਆਤ ਕੀਤੀ ਸੀ ਉਹ ਪੁਰਾਤਨ ਸਮੇਂ ਦੀ ਉਸ ਦਾਤੀ ਦੇ ਨਾਲ ਕੀਤੀ ਸੀ, ਜਿਹੜੇ ਕਿਸਾਨ ਤੁਹਾਨੂੰ ਦਾਤੀ ਦੇ ਨਾਲ ਕਣਕ ਵੱਢਦੇ ਹੋਏ ਦਿਖਾਈ ਦੇ ਰਹੇ ਸਨ। ਤੇ ਅਖੀਰ ਦੇ ਵਿੱਚ ਅਸੀਂ ਇਸ ਪ੍ਰੋਗਰਾਮ ਦਾ ਜਿਹੜਾ ਅੰਤ ਹੈ ਉਹ ਅਸੀਂ ਆਧੁਨਿਕਤਾ ਦੇ ਜ਼ਮਾਨੇ ਦੀ ਮਸ਼ੀਨ ਕੰਬਾਈਨ ਦੇ ਨਾਲ ਕਰ ਰਹੇ ਹਾਂ। ਅਗਲੀ ਵਾਰ ਫੇਰ ਮਿਲਾਂਗੇ ਕਿਸੇ ਹੋਰ ਖਾਸ ਪੇਸ਼ਕਸ਼ ਦੇ ਨਾਲ। ਫਿਲਹਾਲ ਸਕਾਈ ਨਿਊਜ਼ ਪੰਜਾਬ ਦੇ ਵਿੱਚ NI ਕੈਮਰਾਮੈਨ ਅਮਨ ਦੇ ਨਾਲ ਪ੍ਰਕਾਸ਼ ਫੁਲਾਰਾ, ਸਕਾਈ ਨਿਊਜ਼ ਪੰਜਾਬ।